ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਵਿਆਕਰਨ ਲਿੰਗ ਬਾਰੇ ਗੱਲਬਾਤ ਕਰਾਂਗੇ। ਸੋ ਸਾਡਾ ਅੱਜ ਦਾ ਵਿਸ਼ਾ ਹੈ ਲਿੰਗ। ਲਿੰਗ ਸ਼ਬਦ ਕੀ ਹੁੰਦੇ ਹਨ? ਨਾਮ ਦੇ ਜਿਸ ਰੂਪ ਤੋਂ ਜਨਾਨੇ ਅਤੇ ਮਰਦਾਵੇਂ ਭੇਦ ਦਾ ਪਤਾ ਲੱਗਦਾ ਹੈ, ਵਿਆਕਰਨ ਵਿੱਚ ਉਸ ਨੂੰ ਲਿੰਗ ਕਿਹਾ ਜਾਂਦਾ ਹੈ। ਸ਼ਬਦ ਦਾ ਪੁਰਖਵਾਚਕ ਜਾਂ ਇਸਤਰੀਵਾਚਕ ਭਾਵ ਉਸ ਦਾ ਲਿੰਗ ਹੁੰਦਾ ਹੈ। ਸੋ ਲਿੰਗ ਦੀ ਪਰਿਭਾਸ਼ਾ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ ਕਿ ਸ਼ਬਦ ਦੇ ਜਿਸ ਰੂਪ ਤੋਂ ਉਸ ਦੇ ਪੁਰਖ ਜਾਂ ਇਸਤਰੀ ਜਾਤੀ ਅਰਥਾਤ ਨਰ ਜਾਂ ਮਾਦਾ ਹੋਣ ਬਾਰੇ ਜਾਣਕਾਰੀ ਮਿਲਦੀ ਹੈ, ਉਸ ਨੂੰ ਲਿੰਗ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਦੋ ਪ੍ਰਕਾਰ ਦੇ ਲਿੰਗ ਸ਼ਬਦ ਹਨ। ਪਹਿਲਾ ਹੈ ਪੁਲਿੰਗ ਸ਼ਬਦ ਅਤੇ ਦੂਸਰਾ ਹੈ ਇਸਤਰੀ ਲਿੰਗ ਸ਼ਬਦ। ਪੁਲਿੰਗ ਕੀ ਹੈ? ਸ਼ਬਦ ਦੇ ਜਿਸ ਰੂਪ ਤੋਂ ਉਸ ਦੇ ਆਦਮੀ, ਨਰ ਜਾਂ ਪੁਰਖਵਾਚਕ ਹੋਣ ਬਾਰੇ ਪਤਾ ਲੱਗਦਾ ਹੈ, ਉਸ ਨੂੰ ਪੁਲਿੰਗ ਕਿਹਾ ਜਾਂਦਾ ਹੈ। ਜਿਵੇਂ ਆਦਮੀ, ਮੁੰਡਾ, ਭਗਤ, ਥਾਣੇਦਾਰ, ਧੋਬੀ, ਖਿਡਾਰੀ, ਸਰਦਾਰ, ਕੁੜਮ, ਫਕੀਰ ਆਦਿ ਸ਼ਬਦ ਪੁਲਿੰਗ ਹਨ। ਲਿੰਗ ਦੀ ਦੂਸਰੀ ਕਿਸਮ ਹੈ ਇਸਤਰੀ ਲਿੰਗ। ਸ਼ਬਦ ਦੇ ਜਿਸ ਰੂਪ ਤੋਂ ਉਸ ਦੇ ਔਰਤ, ਮਾਦਾ ਜਾਂ ਇਸਤਰੀਵਾਚਕ ਹੋਣ ਬਾਰੇ ਜਾਣਕਾਰੀ ਮਿਲਦੀ ਹੈ, ਉਸ ਨੂੰ ਇਸਤਰੀ ਲਿੰਗ ਆਖਦੇ ਹਨ। ਜਿਵੇਂ ਔਰਤ, ਕੁੜੀ, ਭਗਤਣੀ, ਥਾਣੇਦਾਰਨੀ, ਧੋਬਣ, ਖਿਡਾਰਨ, ਸਰਦਾਰਨੀ, ਕੁੜਮਣੀ, ਫਕੀਰਨੀ ਆਦਿ ਸ਼ਬਦ ਇਸਤਰੀ ਲਿੰਗ ਹਨ। ਇਸ ਸਲਾਈਡ ਦੀ ਸਹਾਇਤਾ ਨਾਲ ਅਸੀਂ ਪੁਲਿੰਗ ਅਤੇ ਇਸਤਰੀ ਲਿੰਗ ਵਿਚਾਲੇ ਅੰਤਰ ਨੂੰ ਸਮਝ ਸਕਦੇ ਹਾਂ। ਪੁਲਿੰਗ ਹੈ ਆਦਮੀ, ਇਸਤਰੀ ਲਿੰਗ ਹੈ ਔਰਤ। ਮੁੰਡਾ, ਕੁੜੀ, ਭਗਤ, ਭਗਤਣੀ, ਥਾਣੇਦਾਰ, ਥਾਣੇਦਾਰਨੀ, ਧੋਬੀ, ਧੋਬਣ, ਖਿਡਾਰੀ ਤੋਂ ਖਿਡਾਰਨ, ਸਰਦਾਰ ਤੋਂ ਸਰਦਾਰਨੀ, ਕੁੜਮ ਪੁਲਿੰਗ ਦਾ ਇਸਤਰੀ ਲਿੰਗ ਹੈ ਕੁੜਮਣੀ, ਫਕੀਰ ਤੋਂ ਫਕੀਰਨੀ। ਭਾਵੇਂ ਲਿੰਗ ਭੇਦ ਜੀਵਾਂ ਦੇ ਨਰ ਅਤੇ ਮਾਦਾ ਫਰਕ ਤੋਂ ਹੀ ਸ਼ੁਰੂ ਹੋਇਆ ਹੈ, ਪਰ ਹੁਣ ਇਹ ਭੇਦ ਕੇਵਲ ਜੀਵਾਂ ਤੱਕ ਹੀ ਸੀਮਤ ਨਹੀਂ ਰਿਹਾ, ਕਿਉਂਕਿ ਇਹ ਜ਼ਰੂਰੀ ਨਹੀਂ ਕਿ ਭਾਸ਼ਾ ਵਿੱਚ ਹਰ ਸ਼ਬਦ ਦਾ ਪੁਲਿੰਗ ਜਾਂ ਇਸਤਰੀ ਲਿੰਗ ਹੋਵੇ। ਵਿਆਕਰਨ ਅਨੁਸਾਰ ਨਿਰਜੀਵ ਵਸਤਾਂ ਵੀ ਪੁਲਿੰਗ ਅਤੇ ਇਸਤਰੀ ਲਿੰਗ ਦੀ ਵੰਡ ਵਿੱਚ ਆਉਂਦੀਆਂ ਹਨ। ਜਿਵੇਂ ਆਪਾਂ ਕੁਝ ਉਦਾਹਰਨ ਦੇਖਦੇ ਹਾਂ। ਨਿਰਜੀਵ ਵਸਤਾਂ ਦਾ ਪੁਲਿੰਗ ਅਤੇ ਇਸਤਰੀ ਲਿੰਗ ਰੂਪ, ਜਿਵੇਂ ਪਹਾੜ, ਪਹਾੜੀ, ਗਲਾਸ, ਗਲਾਸੀ, ਮੰਜਾ, ਮੰਜੀ, ਸੋਟਾ, ਸੋਟੀ, ਸੰਦੂਕ, ਸੰਦੂਕੜੀ, ਖੁਰਪਾ, ਖੁਰਪੀ, ਚਮਚਾ, ਚਮਚੀ, ਰੰਬਾ, ਰੰਬੀ, ਡੱਬਾ, ਡੱਬੀ, ਭੱਠਾ, ਭੱਠੀ। ਇਸ ਤਰ੍ਹਾਂ ਜਿਹੜੇ ਸ਼ਬਦਾਂ ਨੂੰ ਅਸੀਂ ਪੁਲਿੰਗ ਜਾਂ ਇਸਤਰੀ ਲਿੰਗ ਕਹਿੰਦੇ ਹਾਂ, ਉਹ ਜੀਵ ਅਤੇ ਨਿਰਜੀਵ ਦੋਹਾਂ ਲਈ ਵਰਤੇ ਜਾਂਦੇ ਹਨ। ਹੁਣ ਆਪਾਂ ਗੱਲ ਕਰਾਂਗੇ ਲਿੰਗ ਬਦਲੀ ਬਾਰੇ। ਲਿੰਗ ਬਦਲੀ ਕੀ ਹੈ? ਪੁਲਿੰਗ ਸ਼ਬਦਾਂ ਨੂੰ ਇਸਤਰੀ ਲਿੰਗ ਵਿੱਚ ਬਦਲਣ ਜਾਂ ਇਸਤਰੀ ਲਿੰਗ ਸ਼ਬਦਾਂ ਨੂੰ ਪੁਲਿੰਗ ਵਿੱਚ ਬਦਲਣ ਨੂੰ ਲਿੰਗ ਬਦਲੀ ਆਖਦੇ ਹਨ। ਪੰਜਾਬੀ ਵਿਆਕਰਨ ਵਿੱਚ ਲਿੰਗ ਬਦਲੀ ਦੇ ਕੁਝ ਨਿਯਮ ਹਨ, ਜਿਨ੍ਹਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਜਿਵੇਂ ਪਹਿਲਾ ਹੈ, ਜੇ ਸ਼ਬਦ ਦੇ ਅੰਤ ਵਿੱਚ ਮੁਕਤਾ ਹੋਵੇ।
ਤਾਂ ਲਿੰਗ ਬਦਲੀ ਦੇ ਕੀ ਨਿਯਮ ਹਨ। ਦੂਸਰਾ ਹੈ ਜੇ ਸ਼ਬਦ ਦੇ ਅੰਤ ਵਿੱਚ ਬਿਹਾਰੀ ਹੋਵੇ ਤਾਂ ਲਿੰਗ ਬਦਲੀ ਦੇ ਕੀ ਨਿਯਮ ਹਨ। ਤੀਸਰਾ ਹੈ ਜੇ ਸ਼ਬਦ ਦੇ ਅੰਤ ਵਿੱਚ ਕੰਨਾ ਲੱਗਾ ਹੋਵੇ ਤਾਂ ਲਿੰਗ ਬਦਲੀ ਕਿਵੇਂ ਕੀਤੀ ਜਾ ਸਕਦੀ ਹੈ। ਇਹ ਹਨ ਲਿੰਗ ਬਦਲੀ ਦੇ ਨਿਯਮ। ਪਹਿਲਾ ਹੈ ਜੇ ਸ਼ਬਦ ਦੇ ਅੰਤ ਵਿੱਚ ਮੁਕਤਾ ਹੋਵੇ ਤਾਂ ਅਸੀਂ ਉਸ ਨੂੰ 6 ਤਰੀਕੇ ਨਾਲ ਬਦਲ ਸਕਦੇ ਹਾਂ। ਪਹਿਲਾ ਹੈ ਅੰਤ ਵਿੱਚ ਕੰਨਾ ਲਾ ਕੇ, ਦੂਸਰਾ ਹੈ ਅੰਤ ਵਿੱਚ ਬਿਹਾਰੀ ਲਾ ਕੇ, ਤੀਸਰਾ ਹੈ ਅੰਤ ਵਿੱਚ ਨੰਨੇ ਨੂੰ ਬਿਹਾਰੀ ਲਾ ਕੇ, ਚੌਥਾ ਹੈ ਅੰਤ ਵਿੱਚ ਨਾਣੇ ਨੂੰ ਬਿਹਾਰੀ ਲਾ ਕੇ, ਪੰਜਵਾਂ ਹੈ ਅੰਤ ਵਿੱਚ ਰਾੜੇ ਨੂੰ ਬਿਹਾਰੀ ਲਾ ਕੇ, ਅਤੇ ਛੇਵਾਂ ਨਿਯਮ ਹੈ ਅੰਤ ਵਿੱਚ ਕੰਨਾ ਅਤੇ ਨਾਣੇ ਨੂੰ ਬਿਹਾਰੀ ਲਾ ਕੇ। ਦੂਸਰਾ ਨਿਯਮ ਹੈ ਜੇਕਰ ਸ਼ਬਦ ਦੇ ਅੰਤ ਵਿੱਚ ਬਿਹਾਰੀ ਹੋਵੇ ਤਾਂ ਉਸ ਨੂੰ ਅਸੀਂ 3 ਤਰੀਕਿਆਂ ਨਾਲ ਬਦਲ ਸਕਦੇ ਹਾਂ। ਪਹਿਲਾ ਹੈ ਬਿਹਾਰੀ ਦੀ ਥਾਂ ਨੰਨਾ ਲਾ ਕੇ, ਦੂਸਰਾ ਹੈ ਬਿਹਾਰੀ ਦੀ ਥਾਂ ਨਾਣਾ ਵਰਨ ਲਾ ਕੇ, ਤੀਸਰਾ ਹੈ ਬਿਹਾਰੀ ਦੀ ਥਾਂ ਸਿਹਾਰੀ ਲਾ ਕੇ ਅਤੇ ਨਾਲ ਨਾਣਾ ਵਰਨ ਲਾ ਕੇ। ਲਿੰਗ ਬਦਲੀ ਦਾ ਤੀਸਰਾ ਨਿਯਮ ਹੈ ਜੇ ਸ਼ਬਦ ਦੇ ਅੰਤ ਵਿੱਚ ਕੰਨਾ ਹੋਵੇ ਤਾਂ ਉਸ ਦੀ ਲਿੰਗ ਬਦਲੀ ਆਪਾਂ ਕਿਵੇਂ ਕਰ ਸਕਦੇ ਹਾਂ। ਇਸ ਦੇ ਵੀ 3 ਤਰੀਕੇ ਹਨ। ਪਹਿਲਾ ਹੈ ਕੰਨੇ ਦੀ ਥਾਂ ਬਿਹਾਰੀ ਲਾ ਕੇ, ਦੂਸਰਾ ਹੈ ਕੰਨੇ ਦੀ ਥਾਂ ਨੰਨਾ ਲਾ ਕੇ, ਅਤੇ ਤੀਸਰਾ ਹੈ ਈਆਂ ਦੀ ਥਾਂ ਨੰਨਾ ਜਾਂ ਨਾਣਾ ਲਾ ਕੇ। ਹੁਣ ਆਪਾਂ ਇਹਨਾਂ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਪੰਜਾਬੀ ਵਿਆਕਰਣ ਵਿੱਚ ਲਿੰਗ ਬਦਲੀ ਦੇ ਬਹੁਤ ਸਾਰੇ ਨਿਯਮ ਹਨ। ਹੁਣ ਅਸੀਂ ਗੱਲਬਾਤ ਕਰਾਂਗੇ ਪਹਿਲੇ ਨਿਯਮ ਬਾਰੇ। ਪਹਿਲਾ ਨਿਯਮ ਹੈ ਕਿ ਜਿਹੜੇ ਪੁਲਿੰਗ ਸ਼ਬਦ ਦੇ ਅੰਤ ਵਿੱਚ ਮੁਕਤਾ ਹੁੰਦਾ ਹੈ, ਭਾਵ ਸ਼ਬਦ ਦੇ ਅਖੀਰਲੇ ਵਰਨ ਨੂੰ ਕੋਈ ਵੀ ਲਗਾ ਮਾਤਰਾ ਨਹੀਂ ਲੱਗੀ ਹੁੰਦੀ, ਤਾਂ ਉਸ ਸ਼ਬਦ ਦਾ ਇਸਤਰੀ ਲਿੰਗ ਕਿਵੇਂ ਬਦਲਣਾ ਹੈ। ਉਸ ਦੇ 6 ਤਰੀਕੇ ਹਨ। ਕਿਹੜੇ ਕਿਹੜੇ ਹਨ। ਅੰਤ ਵਿੱਚ ਕੰਨਾ ਆ ਲਗਾ ਮਾਤਰਾ ਲਾ ਕੇ, ਜਾਂ ਬਿਹਾਰੀ ਈ ਲਗਾ ਮਾਤਰਾ ਲਗਾ ਕੇ, ਜਾਂ ਨੰਨੇ ਬਿਹਾਰੀ ਨੀ ਲਾ ਕੇ, ਜਾਂ ਨਾਣੇ ਬਿਹਾਰੀ ਨੀ ਲਾ ਕੇ, ਜਾਂ ਰਾੜੇ ਬਿਹਾਰੀ ੜੀ ਲਾ ਕੇ, ਅਤੇ ਜਾਂ ਕੰਨਾ ਆ ਅਤੇ ਨਾਣੇ ਬਿਹਾਰੀ ਨੀ ਦੋਵੇਂ ਲਗਾ ਮਾਤਰਾ ਲਾ ਕੇ ਬਦਲਿਆ ਜਾ ਸਕਦਾ ਹੈ। ਦੇਖਦੇ ਹਾਂ ਕਿਵੇਂ। ਸਭ ਤੋਂ ਪਹਿਲਾ ਨਿਯਮ ਹੈ ਕਿ ਜੇਕਰ ਪੁਲਿੰਗ ਸ਼ਬਦ ਦੇ ਅੰਤ ਵਿੱਚ ਮੁਕਤਾ ਹੁੰਦਾ ਹੈ ਤਾਂ ਅੰਤ ਵਿੱਚ ਕੰਨਾ ਆ ਲਗਾ ਮਾਤਰਾ ਲਾ ਕੇ ਇਸਤਰੀ ਲਿੰਗ ਵਿੱਚ ਬਦਲਿਆ ਜਾ ਸਕਦਾ ਹੈ। ਜਿਵੇਂ ਅਧਿਆਪਕ ਅਧਿਆਪਕਾ, ਸੇਵਕ ਸੇਵਕਾ, ਗਾਇਕ ਗਾਇਕਾ, ਲੇਖਕ ਲੇਖਕਾ, ਨਾਇਕ ਨਾਇਕਾ, ਉਪਦੇਸ਼ਕ ਉਪਦੇਸ਼ਕਾ, ਪ੍ਰਬੰਧਕ ਪ੍ਰਬੰਧਕਾ, ਪਾਠਕ ਪਾਠਕਾ। ਦੂਸਰਾ ਨਿਯਮ ਹੈ ਕਿ ਜੇਕਰ ਪੁਲਿੰਗ ਸ਼ਬਦ ਦੇ ਅੰਤ ਵਿੱਚ ਮੁਕਤਾ ਹੋਵੇ ਤਾਂ ਉਸ ਨੂੰ ਬਿਹਾਰੀ ਈ ਲਗਾ ਮਾਤਰਾ ਲਗਾ ਕੇ ਇਸਤਰੀ ਲਿੰਗ ਵਿੱਚ ਬਦਲਿਆ ਜਾਂਦਾ ਹੈ। ਜਿਵੇਂ ਤਿੱਤਰ ਤਿਤਰੀ, ਜੱਟ ਜੱਟੀ, ਪੁੱਤਰ ਪੁੱਤਰੀ, ਦਾਸ ਦਾਸੀ, ਛਤਰ ਛਤਰੀ, ਦੇਵ ਦੇਵੀ, ਥਾਲ ਥਾਲੀ, ਬਾਂਦਰ ਬਾਂਦਰੀ, ਗਿੱਦੜ ਗਿੱਦੜੀ, ਹਿਰਨ ਹਿਰਨੀ, ਪਹਾੜ ਪਹਾੜੀ, ਕਬੂਤਰ ਕਬੂਤਰੀ, ਬੱਦਲ ਬਦਲੀ, ਕੁੱਕੜ ਕੁਕੜੀ, ਮੱਛ ਮੱਛੀ। ਤੀਸਰਾ ਨਿਯਮ ਹੈ ਜੇਕਰ ਪੁਲਿੰਗ ਸ਼ਬਦ ਦੇ ਅੰਤ ਵਿੱਚ ਮੁਕਤਾ ਹੋਵੇ ਤਾਂ ਉਸ ਨੂੰ ਨੰਨੇ ਬਿਹਾਰੀ ਨੀ ਲਗਾ ਮਾਤਰਾ ਲਾ ਕੇ ਇਸਤਰੀ ਲਿੰਗ ਵਿੱਚ ਬਦਲਿਆ ਜਾਂਦਾ ਹੈ। ਦੇਖਦੇ ਹਾਂ ਕਿਵੇਂ। ਜਿਵੇਂ ਸ਼ਬਦ ਹਨ ਸਰਦਾਰ ਸਰਦਾਰਨੀ, ਨੰਬਰਦਾਰ ਨੰਬਰਦਾਰਨੀ,
शेर शेरनी, फकीर फकीरनी, मोर मोरनी, बाजीगर बाजीगरनी, जादूगर जादूगरनी, ठेकेदार ठेकेदारनी, सेवादार सेवादारनी, सूबेदार सूबेदारनी। एक होर गल कि मुक्ता वर्ण रारा है। सारे पुलिंग शब्दां दे अखीर विच जिहड़ा मुक्ता शब्द है वो रारा है। तुसीं देख रहे हो मुक्ता शब्द रारा है ते असीं की कीता है कि आपां अंत दे विच नन्ने नूं बिहारी ला के इस पुलिंग नूं इस्त्री लिंग दे विच बदलिया है। चौथा नियम है कि जदों पुलिंग शब्द दे अंत विच मुक्ता होवे तां उसनूं नाणे बिहारी नी ला के इस्त्री लिंग विच बदलिया जाता है। जिवें सप सपनी, संत संतनी, भगत भगतनी, राग रागणी, ठग ठगणी, साध साधनी, उस्ताद उस्तादनी, भील भीलनी, सराफ सराफनी, रिश रिशनी, सिख सिखणी, भंड भंडनी, सूम सूमणी, शाह शाणी, नाग नागणी, ऊठ ऊठनी। इस तरह पुलिंग शब्दां नूं नाणे बिहारी नी ला के लिंग बदली की गई। चौथा नियम तो बाद असी पंजवें नियम की गल करांगे जो है कि जेकर पुलिंग शब्द दे अखीर विच मुक्ता लगा है तां उसनूं राड़े बिहारी री ला के इस्त्री लिंग विच लिंग बदली की जाती है। जिवें शब्द हन संदूक संदूकड़ी, बाल बालड़ी आदि। छेवां नियम है कि जेकर पुलिंग शब्द का आखिरी वर्ण मुक्ता है तां उसदे अखीर विच कन्ना आ अते नाणे बिहारी नी ला के लिंग बदली की जाती है। जिवें पुलिंग है सेठ, इस्त्री लिंग है सेठानी, जेठ जेठानी, दिओर दिओरानी, नौकर नौकरानी, पंडित पंडितानी, मुगल मुगलानी, मास्टर मास्टरानी, प्रोहत प्रोहतानी। मुक्ते नूं कन्ना वी अते नाणे बिहारी नी भी। ये सी जदों पुलिंग शब्द दे अखीर विच मुक्ता होवे तां उदों लिंग बदली दे नियम मुख रूप विच 6 नियम हन जिन्हां बारे आपां गलबात कीती है। दूसरा नियम है कि जेकर पुलिंग शब्द दे अखीर विच बिहारी लगा मात्रा लगी होवे तां इस्त्री लिंग किवें बदलना है। इस दे 3 नियम हन। पहला है बिहारी दी थां नन्ना वर्ण ला के, दूसरा है बिहारी दी थां नाना ला के, अते तीसरा है बिहारी हटा के उसे अखर नूं सिहारी ला के अते नाल नाना वर्ण ला के लिंग बदली। देखते हाँ किवें करनी है। जेकर पुलिंग शब्द दे अखीर विच बिहारी लगा मात्रा लगी होवे तां इस्त्री लिंग विच बदलण दा पहला नियम है कि बिहारी दी थां नन्ना वर्ण ला के। किवें जिवें पुलिंग शब्द तो आपां इस्त्री लिंग शब्द बनाए हन हाणी हाणन, खिडारी खिडारन, पटवारी पटवारन, शिकारी शिकारन, लिखारी लिखारन, भिखारी भिखारन। दूसरा नियम है बिहारी दी थां नाना ला के। जिवें पुलिंग है जोगी, इस्त्री लिंग है जोगन, पंजाबी पंजाबन, गुआंढी गुआंढन, तेली तेलन, धोबी धोबन,
मेली मेलन, माली मालन, बोधी बोधन, ज्ञानी ज्ञानन, माछी माछण, बंगाली बंगालन, साथी साथन। इन्हां शब्दां विच असीं बिहारी हटा के नाना वर्ण ला के लिंग बदली कीती है। तीसरा नियम है बिहारी दी थां उसे अखर नूं सिहारी ला के अते नाल नाना वर्ण ला के। मतलब जेकर पुलिंग शब्द दे अखीर दे विच बिहारी लगी होवे तां असीं की करना है, बिहारी दी थां उसे अखर नूं सिहारी ला के अते नाल नाना वर्ण ला के लिंग बदली कर सकते हाँ। जिमें शुदाई शुदायण, हलवाई हलवायण, नाई नायण, कसाई कसायण, अराई अरायण। ਇਹਦੇ ਇਹਨਾਂ ਸ਼ਬਦਾਂ ਦੇ ਵਿੱਚ ਆਪਾਂ ਕੀ ਕੀਤਾ ਹੈ, ਬਿਹਾਰੀ ਨੂੰ ਸਿਹਾਰੀ ਵਿੱਚ ਬਦਲ ਦਿੱਤਾ ਹੈ ਅਤੇ ਨਾਲ ਨਾਨਾ ਵਰਨ ਲਗਾ ਕੇ ਇਸਤਰੀ ਲਿੰਗ ਵਿੱਚ ਤਬਦੀਲ ਕਰ ਦਿੱਤਾ ਹੈ। ਸੋ ਇਹ ਲਿੰਗ ਬਦਲੀ ਦੇ 3 ਨਿਯਮ ਉਦੋਂ ਵਰਤੋਂ ਵਿੱਚ ਆਉਂਦੇ ਹਨ ਜਦੋਂ ਪੁਲਿੰਗ ਸ਼ਬਦ ਦੇ ਅਖੀਰ ਵਿੱਚ ਬਿਹਾਰੀ ਲੱਗੀ ਹੋਵੇ। ਲਿੰਗ ਬਦਲੀ ਦਾ ਤੀਸਰਾ ਨਿਯਮ ਹੈ ਜਿਸ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਜੇਕਰ ਪੁਲਿੰਗ ਸ਼ਬਦਾਂ ਦੇ ਅੰਤ ਉੱਤੇ ਕੰਨਾ ਆਉਂਦਾ ਹੈ ਤਾਂ ਉਸ ਨੂੰ ਇਸਤਰੀ ਲਿੰਗ ਰੂਪ ਵਿੱਚ ਕਿਵੇਂ ਬਦਲਣਾ ਹੈ। ਇਸ ਦੇ ਵੀ 3 ਨਿਯਮ ਹਨ। ਪਹਿਲਾ ਹੈ ਕੰਨੇ ਦੀ ਥਾਂ ਬਿਹਾਰੀ ਲਾ ਕੇ, ਦੂਸਰਾ ਹੈ ਕੰਨੇ ਦੀ ਥਾਂ ਨੰਨਾ ਲਾ ਕੇ, ਤੀਸਰਾ ਹੈ ਈਆਂ ਦੀ ਥਾਂ ਨੰਨਾ ਜਾਂ ਨਾਣਾ ਲਾ ਕੇ। ਪਹਿਲਾ ਹੈ ਜੇਕਰ ਪੁਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਆ ਮਾਤਰਾ ਲੱਗੀ ਹੈ ਤਾਂ ਉਸ ਨੂੰ ਕੰਨੇ ਦੀ ਥਾਂ ਬਿਹਾਰੀ ਲਾ ਕੇ ਬਦਲਿਆ ਜਾਂਦਾ ਹੈ। ਜਿਵੇਂ ਸਾਰੇ ਸ਼ਬਦਾਂ ਦੇ ਵਿੱਚ ਆਪਾਂ ਕੰਨੇ ਨੂੰ ਬਿਹਾਰੀ ਦੇ ਵਿੱਚ ਬਦਲਿਆ ਹੈ। ਸੋਟਾ ਸੋਟੀ, ਮੋਟਾ ਮੋਟੀ, ਖੁਰਪਾ ਖੁਰਪੀ, ਚਾਚਾ ਚਾਚੀ, ਦਾਦਾ ਦਾਦੀ, ਨਾਨਾ ਨਾਨੀ, ਮਾਮਾ ਮਾਮੀ, ਕਾਕਾ ਕਾਕੀ, ਸ਼ੁਰਾ ਸ਼ੁਰੀ, ਭਤੀਜਾ ਭਤੀਜੀ, ਦੋਤਾ ਦੋਤੀ, ਕੱਟਾ ਕੱਟੀ, ਮੰਜਾ ਮੰਜੀ, ਕਿਰਲਾ ਕਿਰਲੀ, ਕੀੜਾ ਕੀੜੀ, ਬੱਕਰਾ ਬੱਕਰੀ, ਗੁੱਡਾ ਗੁੱਡੀ, ਮੰਗਤਾ ਮੰਗਤੀ, ਡੱਬਾ ਡੱਬੀ, ਬੁੱਢਾ ਬੁੱਢੀ, ਕੌਲਾ ਕੌਲੀ, ਚੂਹਾ ਚੂਹੀ, ਪੋਤਰਾ ਪੋਤਰੀ, ਭਾਣਜਾ ਭਾਣਜੀ, ਪੱਖਾ ਪੱਖੀ, ਘੜਾ ਘੜੀ, ਬਿੱਲਾ ਬਿੱਲੀ। ਇਹਨਾਂ ਸਾਰੇ ਸ਼ਬਦਾਂ ਦੇ ਵਿੱਚ ਅਸੀਂ ਕੰਨੇ ਨੂੰ ਬਿਹਾਰੀ ਦੇ ਵਿੱਚ ਬਦਲਿਆ ਹੈ। ਇਸ ਤਰ੍ਹਾਂ ਕੰਨੇ ਨੂੰ ਬਿਹਾਰੀ ਵਿੱਚ ਬਦਲ ਕੇ ਲਿੰਗ ਬਦਲੀ ਕੀਤੀ ਹੈ। ਦੂਸਰਾ ਨਿਯਮ ਹੈ ਜੇਕਰ ਪੁਲਿੰਗ ਸ਼ਬਦ ਦੇ ਅੰਤ ਤੇ ਕੰਨਾ ਆ ਲੱਗਾ ਮਾਤਰਾ ਲੱਗੀ ਹੈ ਤਾਂ ਉਸ ਨੂੰ ਕੰਨੇ ਦੀ ਥਾਂ ਨੰਨਾ ਵਰਨ ਲਾ ਕੇ ਬਦਲਿਆ ਜਾਂਦਾ ਹੈ। ਜਿਵੇਂ ਸ਼ਬਦ ਹਨ ਸਪੇਰਾ ਸਪੇਰਨ, ਲੁਟੇਰਾ ਲੁਟੇਰਨ। ਆਦਿ ਸ਼ਬਦਾਂ ਦੇ ਵਿੱਚ ਕੰਨੇ ਨੂੰ ਅਸੀਂ ਨੰਨਾ ਵਰਨ ਦੇ ਵਿੱਚ ਬਦਲ ਕੇ ਲਿੰਗ ਬਦਲੀ ਕੀਤੀ ਹੈ। ਤੀਸਰਾ ਹੈ ਜਿਹੜੇ ਪੁਲਿੰਗ ਸ਼ਬਦਾਂ ਦੇ ਅੰਤਲੇ ਅੱਖਰ ਤੋਂ ਪਹਿਲੇ ਅੱਖਰ ਨੂੰ ਬਿਹਾਰੀ ਅਤੇ ਅੰਤਲੇ ਅ ਅੱਖਰ ਨੂੰ ਕੰਨਾ ਭਾਵ ਈਆ ਆਉਂਦਾ ਹੈ ਤਾਂ ਉਹਨਾਂ ਨੂੰ ਇਸਤਰੀ ਲਿੰਗ ਵਿੱਚ ਬਦਲਣ ਲੱਗਿਆਂ ਈਆ ਦੀ ਥਾਂ ਨੰਨਾ ਜਾਂ ਨਾਣਾ ਵਰਨ ਲਾ ਕੇ ਬਦਲਿਆ ਜਾਂਦਾ ਹੈ। ਜਿਵੇਂ ਆਪਾਂ ਸ਼ਬਦ ਦੇਖਦੇ ਹਾਂ, ਪੁਲਿੰਗ ਹੈ ਪਹਾੜੀਆ, ਇਸਤਰੀ ਲਿੰਗ ਪਹਾੜਨ। ਦੁਆਬੀਆ ਦੁਆਬਣ, ਪੋਠੋਹਾਰੀਆ ਪੋਠੋਹਾਰਨ, ਵਲੈਤੀਆ ਵਲੈਤਣ, ਪਿਸ਼ੋਰੀਆ ਪਿਸ਼ੋਰਨ, ਕਸ਼ਮੀਰੀਆ ਕਸ਼ਮੀਰਨ। ਇਸ ਤਰ੍ਹਾਂ ਈਆ ਦੀ ਥਾਂ ਨੰਨਾ
ਜਾਂ ਨਾਣਾ ਵਰਨ ਲਾ ਕੇ ਬਦਲੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮਨੁੱਖੀ ਸੰਬੰਧਾਂ ਲਈ ਵਰਤੇ ਜਾਣ ਵਾਲੇ ਸ਼ਬਦਾਂ ਦਾ ਪੁਲਿੰਗ ਤੋਂ ਇਸਤਰੀ ਲਿੰਗ ਰੂਪ ਪਰਿਵਰਤਨ ਇਸ ਤਰ੍ਹਾਂ ਹੁੰਦਾ ਹੈ, ਜਿਵੇਂ ਤੁਸੀਂ ਸਲਾਈਡ ਤੇ ਦੇਖ ਰਹੇ ਹੋ। ਪਿਤਾ, ਮਾਤਾ, ਪਿਓ, ਮਾਂ, ਬਾਪੂ, ਬੇਬੇ, ਨਾਨਾ, ਨਾਨੀ, ਪੋਤਾ, ਪੋਤੀ, ਪੋਤਰਾ, ਪੋਤਰੀ, ਭਤੀਜਾ, ਭਤੀਜੀ, ਭਾਣਜਾ, ਭਾਣਜੀ, ਮਾਸੜ, ਮਾਸੀ, ਮਾਮਾ, ਮਾਮੀ, ਦਾਦਾ, ਦਾਦੀ, ਤਾਇਆ, ਤਾਈ, ਚਾਚਾ, ਚਾਚੀ, ਜਵਾਈ, ਧੀ। ਇਸ ਤਰ੍ਹਾਂ ਮਨੁੱਖੀ ਸੰਬੰਧ ਪੁਲਿੰਗ ਤੋਂ ਇਸਤਰੀ ਲਿੰਗ ਵਿੱਚ ਬਦਲਦੇ ਹਨ। ਇਸ ਤੋਂ ਇਲਾਵਾ ਮਨੁੱਖੀ ਰਿਸ਼ਤਿਆਂ ਨਾਲ ਸੰਬੰਧਿਤ ਕੁਝ ਸ਼ਬਦ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਪੁਲਿੰਗ ਤੋਂ ਇਸਤਰੀ ਲਿੰਗ ਰੂਪਾਂਤਰ ਇਸ ਤਰ੍ਹਾਂ ਹੁੰਦਾ ਹੈ, ਜਿਵੇਂ ਮਰਦ, ਔਰਤ, ਆਦਮੀ, ਜਨਾਨੀ, ਗੱਭਰੂ, ਮੁਟਿਆਰ, ਮਿੱਤਰ, ਸਹੇਲੀ, ਪੁਰਖ, ਇਸਤਰੀ, ਮੁੰਡਾ, ਕੁੜੀ, ਨਵਾਬ, ਬੇਗਮ, ਰਾਜਾ, ਰਾਣੀ, ਬੱਚਾ, ਬੱਚੀ, ਕਵੀ, ਕਵਿੱਤਰੀ, ਵਰ, ਕੰਨਿਆ, ਨਰ, ਨਾਰੀ, ਬਾਦਸ਼ਾਹ, ਮਲਿਕਾ। ਇਸ ਤੋਂ ਇਲਾਵਾ ਕੁਝ ਅਜਿਹੀਆਂ ਨਿਰਜੀਵ ਵਸਤੂਆਂ ਜਾਂ ਭਾਵ ਹੁੰਦੇ ਹਨ ਜਿਨ੍ਹਾਂ ਦਾ ਕੋਈ ਵੀ ਵਿਰੋਧੀ ਲਿੰਗ ਰੂਪ ਨਹੀਂ ਹੁੰਦਾ। ਇਹ ਸਿਰਫ ਪੁਲਿੰਗ ਰੂਪ ਵਿੱਚ ਹੁੰਦੇ ਹਨ ਜਾਂ ਸਿਰਫ ਇਸਤਰੀ ਲਿੰਗ ਰੂਪ ਵਿੱਚ ਹੁੰਦੇ ਹਨ। ਸਿਰਫ ਪੁਲਿੰਗ ਸ਼ਬਦ ਜਿਨ੍ਹਾਂ ਨੂੰ ਅਸੀਂ ਇਸਤਰੀ ਲਿੰਗ ਰੂਪ ਵਿੱਚ ਨਹੀਂ ਬਦਲ ਸਕਦੇ, ਜਿਵੇਂ ਤੁਸੀਂ ਸਲਾਈਡ ਤੇ ਦੇਖ ਰਹੇ ਹੋ, ਸਿਰਫ ਪੁਲਿੰਗ ਰੂਪ ਵਾਲੇ ਸ਼ਬਦ, ਇਹਨਾਂ ਸ਼ਬਦਾਂ ਨੂੰ ਅਸੀਂ ਇਸਤਰੀ ਲਿੰਗ ਰੂਪ ਵਿੱਚ ਨਹੀਂ ਬਦਲ ਸਕਦੇ। ਕਿਹੜੇ ਸ਼ਬਦ ਹਨ? ਅਨਾਜ, ਕੰਪਿਊਟਰ, ਮੋਬਾਈਲ ਫੋਨ, ਟੀਵੀ, ਏਸੀ, ਦਾਣਾ, ਸੂਰਜ, ਚੰਨ, ਸਮੁੰਦਰ, ਪਾਣੀ, ਲੋਹਾ, ਕਾਗਜ਼, ਸੋਨਾ, ਹੰਕਾਰ, ਕਲੇਸ਼, ਨਰਕ ਆਦਿ। ਇਹ ਸ਼ਬਦ ਸਿਰਫ ਪੁਲਿੰਗ ਰੂਪ ਵਿੱਚ ਹੀ ਹੁੰਦੇ ਹਨ, ਇਹਨਾਂ ਨੂੰ ਇਸਤਰੀ ਲਿੰਗ ਰੂਪ ਵਿੱਚ ਨਹੀਂ ਬਦਲਿਆ ਜਾ ਸਕਦਾ। ਦੂਸਰਾ, ਉਹ ਸ਼ਬਦ ਵੀ ਹੁੰਦੇ ਹਨ ਜੋ ਸਿਰਫ ਇਸਤਰੀ ਲਿੰਗ ਰੂਪ ਵਿੱਚ ਹੀ ਹੁੰਦੇ ਹਨ ਅਤੇ ਉਹਨਾਂ ਦਾ ਪੁਲਿੰਗ ਨਹੀਂ ਬਣਾਇਆ ਜਾ ਸਕਦਾ, ਜਿਵੇਂ ਤੁਸੀਂ ਦੇਖ ਰਹੇ ਹੋ ਸਿਰਫ ਇਸਤਰੀ ਲਿੰਗ ਰੂਪ ਵਾਲੇ ਸ਼ਬਦ ਕਿਹੜੇ ਹਨ? ਧਰਤੀ, ਹਵਾ, ਚਾਂਦੀ, ਕਲਮ, ਸਿਆਹੀ, ਨੇਕੀ, ਮਿਹਨਤ, ਚੰਗਿਆਈ, ਹਿੰਮਤ, ਆਦਤ, ਕਣਕ, ਅਲਮਾਰੀ। ਇਹ ਇਸ ਤਰ੍ਹਾਂ ਦੇ ਸ਼ਬਦ ਨੇ ਜੋ ਸਿਰਫ ਇਸਤਰੀ ਲਿੰਗ ਰੂਪ ਵਿੱਚ ਹੀ ਆਉਂਦੇ ਹਨ ਅਤੇ ਇਹਨਾਂ ਦਾ ਪੁਲਿੰਗ ਰੂਪ ਨਹੀਂ ਮਿਲਦਾ। ਇਸ ਤੋਂ ਇਲਾਵਾ ਕੁਝ ਸ਼ਬਦ ਅਜਿਹੇ ਵੀ ਹੁੰਦੇ ਹਨ ਜੋ ਇੱਕ ਅਰਥ ਵਿੱਚ ਪੁਲਿੰਗ ਹੁੰਦੇ ਹਨ ਤੇ ਕਿਸੇ ਹੋਰ ਅਰਥਾਂ ਦੇ ਵਿੱਚ ਉਹ ਇਸਤਰੀ ਲਿੰਗ ਹੁੰਦੇ ਹਨ। ਭਾਵ ਉਹ ਸ਼ਬਦ ਪੁਲਿੰਗ ਅਤੇ ਇਸਤਰੀ ਲਿੰਗ ਦੋਵੇਂ ਹੀ ਹੁੰਦੇ ਹਨ। ਜਿਵੇਂ ਹਾਰ ਸ਼ਬਦ ਹੈ, ਹਾਰ ਦਾ ਪੁਲਿੰਗ ਹੈ ਉਸਨੇ ਗਲੇ ਵਿੱਚ ਸੋਨੇ ਦਾ ਹਾਰ ਪਾਇਆ ਹੋਇਆ ਸੀ। ਇੱਥੇ ਹਾਰ ਸ਼ਬਦ ਪੁਲਿੰਗ ਹੈ, ਪਰ ਹਾਰ ਦਾ ਇਸਤਰੀ ਲਿੰਗ ਹੈ ਜ਼ਿੰਦਗੀ ਵਿੱਚ ਹਾਰ ਤੋਂ ਬਚਣ ਲਈ ਸਖਤ ਮਿਹਨਤ ਕਰਨੀ ਚਾਹੀਦੀ ਹੈ। ਇੱਥੇ ਹਾਰ ਸ਼ਬਦ ਇਸਤਰੀ ਲਿੰਗ ਹੈ। ਇਸ ਤਰ੍ਹਾਂ ਹਾਰ ਸ਼ਬਦ ਪੁਲਿੰਗ ਵੀ ਹੈ ਅਤੇ ਇਸਤਰੀ ਲਿੰਗ ਵੀ ਹੈ। ਇਸ ਤੋਂ ਇਲਾਵਾ ਕੁਝ ਸ਼ਬਦ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਪੁਲਿੰਗ ਜਾਂ ਇਸਤਰੀ ਲਿੰਗ ਬਣਾ ਲੈਂਦੇ ਹਾਂ, ਜਿਵੇਂ ਸ਼ਬਦ ਹੈ ਅਖਬਾਰ। ਅਖਬਾਰ ਸ਼ਬਦ ਦਾ ਪੁਲਿੰਗ ਹੈ ਅੱਜ ਅਖਬਾਰ ਆਇਆ ਹੈ। ਇਸ ਵਾਕ ਦੇ ਵਿੱਚ ਅਖਬਾਰ ਸ਼ਬਦ ਪੁਲਿੰਗ ਹੈ, ਪਰ ਅਖਬਾਰ ਸ਼ਬਦ ਦਾ ਇਸਤਰੀ ਲਿੰਗ ਵੀ ਹੈ। ਉਹ ਕੀ ਹੈ? ਅੱਜ ਅਖਬਾਰ ਆਈ ਹੈ। ਇਸ ਵਾਕ ਦੇ ਵਿੱਚ ਅਖਬਾਰ ਸ਼ਬਦ ਜੋ ਹੈ ਉਹ ਇਸਤਰੀ ਲਿੰਗ ਦੇ ਰੂਪ ਵਿੱਚ ਹੈ। ਇਸ ਤੋਂ ਇਲਾਵਾ ਇੱਕ ਹੋਰ ਸ਼ਬਦ ਹੈ ਸਾਈਕਲ। ਪੁਲਿੰਗ ਹੈ
ਮੇਰਾ ਸਾਈਕਲ ਬਹੁਤ ਦੌੜਦਾ ਹੈ। ਇਸ ਵਾਕ ਦੇ ਵਿੱਚ ਸਾਈਕਲ ਸ਼ਬਦ ਪੁਲਿੰਗ ਹੈ, ਪਰ ਆਪਾਂ ਇਹਨੂੰ ਇਸਤਰੀ ਲਿੰਗ ਰੂਪ ਦੇ ਵਿੱਚ ਵੀ ਬੋਲ ਸਕਦੇ ਹਾਂ, ਕਹਿ ਸਕਦੇ ਹਾਂ ਕਿ ਮੇਰੀ ਸਾਈਕਲ ਬਹੁਤ ਦੌੜਦੀ ਹੈ। ਇਸ ਵਾਕ ਦੇ ਵਿੱਚ ਸਾਈਕਲ ਸ਼ਬਦ ਇਸਤਰੀ ਲਿੰਗ ਹੈ। ਇੱਕ ਹੋਰ ਸ਼ਬਦ ਹੈ ਥਾਂ। ਥਾਂ ਸ਼ਬਦ ਦਾ ਪੁਲਿੰਗ ਹੈ, ਇਹ ਸਾਡਾ ਥਾਂ ਹੈ। ਇਸ ਵਾਕ ਦੇ ਵਿੱਚ ਥਾਂ ਸ਼ਬਦ ਪੁਲਿੰਗ ਹੈ, ਪਰ ਜਦੋਂ ਆਪਾਂ ਕਹਿੰਦੇ ਹਾਂ ਕਿ ਇਹ ਸਾਡੀ ਥਾਂ ਹੈ ਤਾਂ ਇਸ ਵਾਕ ਦੇ ਵਿੱਚ ਥਾਂ ਸ਼ਬਦ ਇਸਤਰੀ ਲਿੰਗ ਹੈ। ਇਸ ਤਰ੍ਹਾਂ ਬਹੁਤ ਸਾਰੇ ਸ਼ਬਦ ਹੁੰਦੇ ਹਨ ਜਿਹੜੇ ਪੁਲਿੰਗ ਵੀ ਹੁੰਦੇ ਹਨ ਅਤੇ ਇਸਤਰੀ ਲਿੰਗ ਵੀ ਹੁੰਦੇ ਹਨ। ਭਾਵ ਪੁਲਿੰਗ ਅਤੇ ਇਸਤਰੀ ਲਿੰਗ ਦੋਵਾਂ ਦਾ ਕੰਮ ਕਰਦੇ ਹਨ। ਲਿੰਗ ਸ਼ਬਦਾਂ ਦਾ ਨਾਮ, ਵਿਸ਼ੇਸ਼ਣ ਅਤੇ ਕਿਰਿਆ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ। ਪਹਿਲਾਂ ਆਪਾਂ ਦੇਖਾਂਗੇ ਕਿ ਲਿੰਗ ਸ਼ਬਦਾਂ ਦਾ ਨਾਮ ਉੱਤੇ ਕੀ ਪ੍ਰਭਾਵ ਪੈਂਦਾ ਹੈ। ਜਿਵੇਂ ਵਾਕ ਹੈ ਮੈਂ ਪੰਜਾਬੀ ਹਾਂ, ਇਹ ਪੁਲਿੰਗ ਹੈ। ਇਸ ਦਾ ਇਸਤਰੀ ਲਿੰਗ ਹੈ ਮੈਂ ਪੰਜਾਬਣ ਹਾਂ। ਇਸ ਤਰ੍ਹਾਂ ਨਾਮ ਸ਼ਬਦ ਪੰਜਾਬੀ ਪੁਲਿੰਗ ਹੈ, ਜੋ ਪੰਜਾਬਣ ਇਸਤਰੀ ਲਿੰਗ ਵਿੱਚ ਪਰਿਵਰਤਿਤ ਹੋ ਗਿਆ। ਲਿੰਗ ਸ਼ਬਦਾਂ ਦਾ ਵਿਸ਼ੇਸ਼ਣ ਉੱਤੇ ਵੀ ਪ੍ਰਭਾਵ ਪੈਂਦਾ ਹੈ। ਜਿਵੇਂ ਵਾਕ ਹੈ ਚਿੱਟਾ ਕਬੂਤਰ ਉੱਡਿਆ। ਇਸ ਵਾਕ ਵਿੱਚ ਚਿੱਟਾ ਸ਼ਬਦ ਵਿਸ਼ੇਸ਼ਣ ਹੈ ਅਤੇ ਇਹ ਵਾਕ ਪੁਲਿੰਗ ਹੈ। ਇਸਤਰੀ ਲਿੰਗ ਬਣ ਗਿਆ ਚਿੱਟੀ ਕਬੂਤਰੀ ਉੱਡੀ। ਇਸ ਤਰ੍ਹਾਂ ਵਿਸ਼ੇਸ਼ਣ ਸ਼ਬਦ ਚਿੱਟਾ ਪੁਲਿੰਗ ਹੈ, ਜੋ ਚਿੱਟੀ ਇਸਤਰੀ ਲਿੰਗ ਵਿੱਚ ਪਰਿਵਰਤਨ ਹੋ ਗਿਆ। ਲਿੰਗ ਸ਼ਬਦਾਂ ਦਾ ਕਿਰਿਆ ਉੱਤੇ ਵੀ ਪ੍ਰਭਾਵ ਪੈਂਦਾ ਹੈ। ਜਿਵੇਂ ਵਾਕ ਹੈ ਮੈਂ ਹਰ ਰੋਜ਼ ਖੇਡਿਆ ਕਰਾਂਗਾ। ਇਸ ਵਾਕ ਵਿੱਚ ਖੇਡਿਆ ਕਰਾਂਗਾ ਸ਼ਬਦ ਕਿਰਿਆ ਹਨ ਅਤੇ ਇਹ ਪੁਲਿੰਗ ਹੈ। ਇਸਤਰੀ ਲਿੰਗ ਬਣੇਗਾ ਮੈਂ ਹਰ ਰੋਜ਼ ਖੇਡਿਆ ਕਰਾਂਗੀ। ਇਸ ਤਰ੍ਹਾਂ ਲਿੰਗ ਤਬਦੀਲੀ ਨਾਲ ਵਾਕ ਵਿੱਚ ਕਿਰਿਆ ਖੇਡਿਆ ਕਰਾਂਗਾ ਤੋਂ ਖੇਡਿਆ ਕਰਾਂਗੀ ਵਿੱਚ ਤਬਦੀਲ ਹੋ ਗਈ। ਇਸ ਤਰ੍ਹਾਂ ਲਿੰਗ ਸ਼ਬਦਾਂ ਦਾ ਨਾਮ, ਵਿਸ਼ੇਸ਼ਣ ਅਤੇ ਕਿਰਿਆ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ। ਹੁਣ ਅਸੀਂ ਅਭਿਆਸ ਦੇ ਤੌਰ ਤੇ ਕੁਝ ਵਾਕਾਂ ਦੀ ਲਿੰਗ ਬਦਲੀ ਕਰਾਂਗੇ। ਪੁਲਿੰਗ ਹੈ, ਅਸੀਂ ਉਹਨਾਂ ਨੂੰ ਇਸਤਰੀ ਲਿੰਗ ਦੇ ਵਿੱਚ ਬਦਲਾਂਗੇ। ਰਾਜੇ ਨੇ ਨੌਕਰ ਨੂੰ ਹੁਕਮ ਦਿੱਤਾ। ਰਾਣੀ ਨੇ ਨੌਕਰਾਣੀ ਨੂੰ ਹੁਕਮ ਦਿੱਤਾ। ਬੱਚਾ ਪੜ੍ਹ ਰਿਹਾ ਹੈ, ਬੱਚੀ ਪੜ੍ਹ ਰਹੀ ਹੈ। ਮੇਰੇ ਚਾਚਾ ਜੀ ਦੀ ਚਿੱਠੀ ਆਈ। ਮੇਰੀ ਚਾਚੀ ਜੀ ਦੀ ਚਿੱਠੀ ਆਈ। ਉਸ ਦਾ ਪਤੀ ਬਹੁਤ ਹੁਸ਼ਿਆਰ ਹੈ। ਉਸ ਦੀ ਪਤਨੀ ਬਹੁਤ ਹੁਸ਼ਿਆਰ ਹੈ। ਛੋਟੇ ਮੁੰਡੇ ਖੇਡਦੇ ਹਨ, ਛੋਟੀਆਂ ਕੁੜੀਆਂ ਖੇਡਦੀਆਂ ਹਨ। ਸਪੇਰੇ ਨੇ ਬੀਨ ਵਜਾਈ। ਸਪੇਰਨ ਨੇ ਬੀਨ ਵਜਾਈ। ਵਾਹ ਕਿੰਨਾ ਸੋਹਣਾ ਗੱਭਰੂ ਹੈ। ਵਾਹ ਕਿੰਨੀ ਸੋਹਣੀ ਮੁਟਿਆਰ ਹੈ। ਰਾਜਕੁਮਾਰ ਨੂੰ ਸ਼ਿਕਾਰ ਦਾ ਸ਼ੌਂਕ ਸੀ। ਰਾਜਕੁਮਾਰੀ ਨੂੰ ਸ਼ਿਕਾਰ ਦਾ ਸ਼ੌਂਕ ਸੀ। ਅਗਲਾ ਵਾਕ ਹੈ ਮੋਰ ਪਹਿਲਾਂ ਪਾ ਰਿਹਾ ਸੀ। ਇਸ ਦਾ ਇਸਤਰੀ ਲਿੰਗ ਹੋਵੇਗਾ ਮੋਰਨੀ ਪਹਿਲਾਂ ਪਾ ਰਹੀ ਸੀ। ਟੋਕਰਾ ਸਿਰ ਤੇ ਰੱਖ। ਇਸ ਦਾ ਇਸਤਰੀ ਲਿੰਗ ਹੋਵੇਗਾ ਟੋਕਰੀ ਸਿਰ ਤੇ ਰੱਖ। ਇਸ ਤਰ੍ਹਾਂ ਜੇਕਰ ਵਾਕ ਪੁਲਿੰਗ ਵਿੱਚ ਹੈ ਤਾਂ ਅਸੀਂ ਉਸ ਨੂੰ ਇਸਤਰੀ ਲਿੰਗ ਵਿੱਚ ਬਦਲਣਾ ਹੈ, ਅਤੇ ਜੇਕਰ ਵਾਕ ਇਸਤਰੀ ਲਿੰਗ ਵਿੱਚ ਹੈ ਤਾਂ ਅਸੀਂ ਉਸ ਨੂੰ ਪੁਲਿੰਗ ਦੇ ਵਿੱਚ ਬਦਲਣਾ ਹੈ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਵਿਆਕਰਨ, ਲਿੰਗ, ਲਿੰਗ ਦੇ ਭੇਦ, ਲਿੰਗ ਬਦਲੀ ਦੇ ਨਿਯਮ, ਮਨੁੱਖੀ ਸੰਬੰਧਾਂ ਅਤੇ ਮਨੁੱਖੀ ਰਿਸ਼ਤਿਆਂ ਦੀ ਲਿੰਗ ਬਦਲੀ, ਨਿਰਜੀਵ ਵਸਤੂਆਂ ਦੀ ਲਿੰਗ ਬਦਲੀ ਅਤੇ ਲਿੰਗ ਸ਼ਬਦਾਂ ਦਾ ਨਾਮ, ਵਿਸ਼ੇਸ਼ਣ ਅਤੇ ਕਿਰਿਆ ਉੱਤੇ ਪ੍ਰਭਾਵ ਬਾਰੇ ਗੱਲਬਾਤ ਕੀਤੀ ਹੈ। ਧੰਨਵਾਦ।